ਨਾਵਲ ਬੱਬਰਾਂ ਦੀ ਵਿੱਥਿਆ ਭਾਗ 11ਵਾਂ। ਮਨੁੱਖ ਦੇ ਸੁਭਾਅ ਦੀ ਇਤਿਹਾਸ ਸਾਖੀ ਭਰਦਾ ਹੈ ਕਿ ਅਨੇਕਾਂ ਐਸੇ ਮਨੁੱਖ ਹੋਏ ਹਨ ਜਿਨ੍ਹਾਂ ਨੇ ਥੋੜ੍ਹੀ ਜਿਹੀ ਸ਼ਕਤੀ ਪਾ ਕੇ ਮੌਤ ਤੇ ਰੱਬ ਦੋਹਾਂ ਨੂੰ ਭੁਲਾ ਦਿੱਤਾ। ਉਹ ਖਿਆਲ ਕਰਦੇ ਰਹੇ ਕਿ ਉੱਚੀਆਂ ਕੰਧਾਂ, ਫੌਜਾਂ, ਹਥਿਆਰ ਜਾਂ ਕਰਾਮਾਤਾਂ ਉਹਨਾਂ ਨੂੰ ਕਾਲ ਦੇ ਭਾਰੀ ਹੱਥ ਤੋਂ ਬਚਾ ਸਕਣਗੀਆਂ ਤੇ ਉਹ ਜੋ ਜੀ ਚਾਹੁਣ ਕਰਨ। ਕਮਜ਼ੋਰਾਂ ਨੂੰ ਦਲੀ ਮਲੀ ਜਾਣ ਕੌਣ ਪੁੱਛਦਾ ਹੈ, ਪਰ ਕਿਸੇ ਨਾ ਕਿਸੇ ਹੀਲੇ ਬਹਾਨੇ ਮੌਤ ਉਹਨਾਂ ਕੋਲ ਪੁੱਜ ਜਾਂਦੀ ਰਹੀ। ਕਿਸੇ ਰਾਵਣ ਵਰਗੇ ਨੇ ਕਿਲ੍ਹੇ ਬਣਵਾ ਕੇ ਸਮੁੰਦਰ ਦੀ ਖਾਈ ਚੌਗਿਰਦੇ ਰੱਖੀ, ਪਰ ਮਰਨਾ ਉਸ ਨੂੰ ਫਿਰ ਵੀ ਪਿਆ। ਬੀਤੇ ਇਤਿਹਾਸ ਨੂੰ ਪੜ੍ਹ ਕੇ ਵੀ ਕਈਆਂ ਨੂੰ ਹੋਸ਼ ਨਹੀਂ ਰਹਿੰਦੀ। ਉਹ ਲਾਲਚ ਤੇ ਬਲ ਹੰਕਾਰ ਨਾਲ ਐਸੇ ਪਾਗਲ ਹੁੰਦੇ ਹਨ ਕਿ ਕਰਤਾਰ ਦੀ ਸ਼ਕਤੀ ਨੂੰ ਭੁੱਲ ਜਾਂਦੇ ਹਨ, ਮਨਿਆਈਆਂ ਕਰਨ ਲੱਗ ਪੈਂਦੇ ਹਨ। ਸੂਬੇਦਾਰ ਗੇਂਦਾ ਸਿੰਘ ਮਾਣੂਕੇ ਘੜਿਆਲ ਐਸੇ ਹੀ ਪੁਰਸ਼ਾਂ ਵਿੱਚੋਂ ਸੀ। ਉਹ ਫੌਜ ਵਿੱਚ ਰਿਹਾ ਸੀ। ਉਸਨੇ ਸਤਿਗੁਰੂ ਦੀ ਸਿੱਖੀ ਬਾਬਤ ਵੀ ਬਹੁਤ ਕੁਝ ਪੜ੍ਹਿਆ ਸੁਣਿਆ ਤੇ ਆਪ ਵੀ ਲੋਕਾਂ ਨੂੰ ਦੱਸਿਆ ਸੀ ਕਿ ਲਾਲਚ ਤੇ ਹਉਮੈ ਜੀਵ ਨੂੰ ਪਾਗਲ ਕਰ ਦਿੰਦਾ ਹੈ। ਉਸ ਨੂੰ ਇਹ ਵੀ ਪੂਰਾ ਗਿਆਨ ਸੀ ਕਿ ਖਾਲਸਾ ਪੰਥ ਅਥਵਾ ਸਿੰਘ ਦੀ ਰਚਨਾ ਗੁਰੂ ਸਾਹਿਬ ਨੇ ਦੇਸ਼ ਨੂੰ ਸੁਤੰਤਰ ਕਰਾਉਣ ਤੇ ਧਰਮ ਦੇਸ਼ ਦੀ ਅਣਖ ਬਚਾਉਣ ਖਾਤਰ ਕੀਤੀ ਸੀ। ਉਸ ਵੇਲੇ ਜੇ ਹਕੂਮਤ ਮੁਗਲ ਦੀ ਸੀ ਤਾਂ ਗੇਂਦਾ ਸਿੰਘ ਦੇ ਸਮੇਂ ਬਰਤਾਨੀਆ ਦੀ ਹਕੂਮਤ ਸੀ। ਦੋਵੇਂ ਹਕੂਮਤਾਂ ਪਰਦੇਸੀ ਤੇ ਭਾਰਤ ਦੀ ਸੁਤੰਤਰਤਾ ਤੇ ਸੰਸਕ੍ਰਿਤੀ ਦੀਆਂ ਦੁਸ਼ਮਣ ਸਨ। ਉਹ ਜਾਣਦਾ ਸੀ ਕਿ ਨੌਕਰਸ਼ਾਹੀ ਨੇ ਭਾਰਤੀਆਂ ਨੂੰ ਅਨੇਕਾਂ ਬੇਢੰਗਾਂ ਨਾਲ ਕੁਚਲਿਆ ਤੇ ਬੇਇੱਜ਼ਤ ਕੀਤਾ ਸੀ। ਗੋਰਾ ਨੌਕਰਸ਼ਾਹੀ ਭਾਰਤ ਨੂੰ ਲੁੱਟੀ ਜਾਂਦੀ ਸੀ, ਭਾਰਤ ਦੀ ਅਕਲ, ਸ਼ਕਤੀ ਤੇ ਜੀਵਨ ਦੇ ਵਸੀਲਿਆਂ ਨੂੰ ਵਧਣੋਂ ਰੋਕਦੀ ਸੀ ਅਤੇ ਗੋਰਾਸ਼ਾਹੀ ਦਾ ਦਬਦਬਾ ਬਿਠਾਉਂਦੀ ਸੀ। ਸੂਬੇਦਾਰ ਗੇਂਦਾ ਸਿੰਘ ਨੇ ਕੰਨਾਂ ਨਾਲ ਸੁਣਿਆ ਤੇ ਅੱਖਾਂ ਨਾਲ ਦੇਖਿਆ ਸੀ ਕਿ ਕਿਵੇਂ ਜਲਿਆਂਵਾਲੇ ਬਾਗ ਵਿੱਚ ਜਨਰਲ ਡਾਇਰ ਨੇ ਕਈ ਸੈਂਕੜੇ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨ ਕੇ ਅਕਿਰਤ ਘਣਤਾ ਦਾ ਸਬੂਤ ਦਿੱਤਾ ਸੀ। ਜਰਮਨ ਦੇ ਵਿਰੁੱਧ ਭਾਰਤੀ ਜਵਾਨ ਤਨੋ ਮਨੋ ਹੋ ਕੇ ਲੜੇ ਸਨ। ਖੁਦ ਗੇਂਦਾ ਸਿੰਘ ਵੀ ਸਮੁੰਦਰੋਂ ਪਾਰ ਹੋ ਗਿਆ ਸੀ, ਪਰ ਜਦੋਂ ਜੰਗ ਜਿੱਤੀ ਗਈ ਤਾਂ ਜਿੱਥੇ ਭਾਰਤੀਆਂ ਨੂੰ ਸੁਤੰਤਰ ਕਰਨਾ ਸੀ, ਉੱਥੋਂ ਉਹਨਾਂ ਦੀ ਗੁਲਾਮੀ ਨੂੰ ਹੋਰ ਪੱਕਿਆਂ ਕਰਨ ਲਈ ਕਾਲੇ ਕਾਨੂੰਨ ਘੜਨੇ ਸ਼ੁਰੂ ਕਰ ਦਿੱਤੇ ਗਏ ਤੇ ਉਹਨਾਂ ਕਾਨੂੰਨਾਂ ਦੀ ਵਿਰੋਧਤਾ ਕੀਤੀ ਗਈ ਤਾਂ ਤੋਪਾਂ ਤੇ ਗੋਲੀਆਂ ਨੂੰ ਚਲਾਇਆ ਗਿਆ। ਬਗਾਵਤ ਦੇ ਮੁਕੱਦਮੇ ਚਲਾ ਕੇ ਸੈਂਕੜਿਆਂ ਨੂੰ ਕਾਲੇ ਪਾਣੀ ਦੀਆਂ ਜੇਲ੍ਹਾਂ ਵਿੱਚ ਸੁੱਟਿਆ ਗਿਆ। ਉਹਨਾਂ ਦਾ ਦੋਸ਼ ਇਹ ਸੀ ਕਿ ਉਹ ਆਖਦੇ ਸਨ, ਇਹ ਦੇਸ਼ ਸਾਡਾ ਹੈ ਗੋਰਿਓ, ਆਪਣੇ ਦੇਸ਼ ਚਲੇ ਜਾਓ ਜਾਂ ਅਸਾਂ ਨਾਲ ਇਨਸਾਨਾਂ ਤੇ ਸੁਤੰਤਰ ਬੰਦਿਆਂ ਵਾਲਾ ਸਲੂਕ ਕਰੋ, ਪਸ਼ੂ ਨਾ ਸਮਝੋ। ਆਜ਼ਾਦੀ ਦਾ ਹੱਕ ਕੁਦਰਤ ਨੇ ਹਰ ਮਨੁੱਖ ਨੂੰ ਦਿੱਤਾ ਹੈ, ਪਰ ਕੌਣ ਸੁਣਦਾ ਸੀ। ਗੇਂਦਾ ਸਿੰਘ ਸਮਝਦਾਰ ਸੂਬੇਦਾਰ ਸੀ, ਪੜ੍ਹਿਆ ਲਿਖਿਆ ਸੀ, ਉਸਨੂੰ ਸਭ ਕਾਸੇ ਦਾ ਪਤਾ ਸੀ। ਉਸਦੇ ਦੇਖਦਿਆਂ ਹੀ ਮਹੰਤ ਨਰੈਣ ਦਾਸ ਨੇ ਸ਼੍ਰੀ ਨਨਕਾਣਾ ਸਾਹਿਬ ਵਿੱਚ ਖੂਨੀ ਸਾਕਾ ਕੀਤਾ ਸੀ। ਸਰਦਾਰ ਦਲੀਪ ਸਿੰਘ ਤੇ ਉਸਦੇ ਸਾਥੀਆਂ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਅਸਥਾਨ ਤੇ ਕੁਹਾੜੀਆਂ, ਬੰਦੂਕਾਂ ਤੇ ਤਲਵਾਰਾਂ ਨਾਲ ਟੋਟੇ ਟੋਟੇ ਕੀਤਾ ਸੀ ਤੇ ਤੇਲ ਪਾ ਕੇ ਸਾੜਿਆ ਗਿਆ ਸੀ, ਸਿਰਫ ਇਸ ਹੌਸਲੇ ਨਾਲ ਕਿ ਬਰਤਾਨਵੀ ਸਾਮਰਾਜ ਦੀ ਫੌਜ ਪੁਲਿਸ ਮਹੰਤ ਨਰੈਣ ਦੇ ਪਿੱਛੇ ਸੀ। ਮਹੰਤ ਬਰਤਾਨਵੀ ਸਾਮਰਾਜ ਦਾ ਇੱਕ ਚੱਟਾ ਵੱਟਾ ਸੀ। ਸਾਰੇ ਸਿੱਖ ਜਗਤ ਵਿੱਚ ਹਾਹਾਕਾਰ ਮਚ ਗਈ ਸੀ। ਸਿੰਘਾਂ ਦੇ ਗੁਰਦੁਆਰੇ ਸਨ। ਸਿੰਘ ਗੁਰਦੁਆਰਿਆਂ ਦੀ ਸੰਭਾਲ ਕਰਨਾ ਚਾਹੁੰਦੇ ਸਨ, ਪਰ ਗੋਰਾ ਨੌਕਰਸ਼ਾਹੀ ਐਵੇਂ ਲੱਤਾਂ ਡਾਉਂਦੀ ਸੀ। ਸੂਬੇਦਾਰ ਗੇਂਦਾ ਸਿੰਘ ਦੀ ਹਾਜ਼ਰੀ ਵਿੱਚ ਹੀ ਤਾਂ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਸੀ। ਬੀਟੀ ਗੋਰੇ ਨੇ ਸਿੰਘਾਂ ਨੂੰ ਡਾਂਗਾਂ ਨਾਲ ਇਉਂ ਕੁਟਵਾਇਆ ਸੀ ਜਿਵੇਂ ਕਿਸਾਨ ਭੌਂ ਜਾਂ ਤੋਰੀਏ ਦੇ ਖਲਵਾੜੇ ਨੂੰ ਕੁੱਟਦਾ ਹੈ। ਅਕਾਲੀ ਲੀਡਰ ਜੇਲ੍ਹਾਂ ਵਿੱਚ ਸੁੱਟੇ ਗਏ ਸਨ। ਸਾਰੇ ਦੇਸ਼ ਵਿੱਚ ਹਲਚਲ ਮਚ ਗਈ ਸੀ। ਕੀ ਸੂਬੇਦਾਰ ਗੇਂਦਾ ਸਿੰਘ ਉਸ ਵੇਲੇ ਸੁੱਤਾ ਹੋਇਆ ਸੀ? ਉਹ ਕਿਤੇ ਲੰਡਨ ਦੀਆਂ ਉੱਚੀਆਂ ਅਟਾਰੀਆਂ ਵਿੱਚ ਤਾਂ ਨਹੀਂ ਸੀ ਰਹਿੰਦਾ। ਉਹ ਦੁਆਬੇ ਦੇ ਪਿੰਡ ਵਿੱਚ ਸੀ। ਜਿਹੜੀ ਸਖਤੀ ਦੁਆਬੇ ਤੇ ਮਾਝੇ ਵਿੱਚ ਪੁਲਿਸ ਤੇ ਫੌਜ ਕਰਦੀ ਸੀ, ਉਹ ਦੇਖਦਾ ਸੀ। ਫਿਰ ਵੀ ਸੂਬੇਦਾਰ ਗੇਂਦਾ ਸਿੰਘ ਬਰਤਾਨਵੀ ਸਾਮਰਾਜ ਉੱਤੇ ਭਰੋਸਾ ਰੱਖਦਾ ਸੀ ਕਿ ਇਸ ਰਾਜ ਨੇ ਕਦੀ ਭਾਰਤ ਵਿੱਚੋਂ ਖਤਮ ਨਹੀਂ ਹੋਣਾ। ਉਸ ਨੂੰ ਸੁਨਹਿਰੀ ਮੌਕਾ ਮਿਲਿਆ ਹੈ
ਕਿ ਉਹ ਦੇਸ਼ ਦੇ ਵਸਨੀਕਾਂ ਦੇ ਨਾਲ ਅਕਿਰਤ ਘਣਤਾ ਤੇ ਗੱਦਾਰੀ ਕਰਕੇ ਮਾਇਆ ਖਿਤਾਬ ਤੇ ਜਗੀਰ ਇਕੱਠੀ ਕਰ ਲਵੇ। ਜੇ ਭਾਰਤ ਗੁਲਾਮ ਹੁੰਦਾ ਸੀ ਤਾਂ ਉਸਨੂੰ ਕੀ, ਜੇ ਭਰਾ ਲੁੱਟੀਂਦੇ ਜਾਂ ਮਾਰੀਂਦੇ ਸਨ ਤਾਂ ਉਹਨੂੰ ਕੀ। ਉਹ ਤਾਂ ਮਹਾਰਾਜਾ ਕਪੂਰਥਲਾ, ਗਵਰਨਰ ਪੰਜਾਬ, DC ਤੇ ਸੈਸ਼ਨ ਜੱਜਾਂ ਵਰਗਿਆਂ ਦੇ ਗੋਡੇ ਲਾਗੇ ਕੁਰਸੀ ਤੇ ਜਾ ਬੈਠਦਾ ਸੀ। ਉਸਦੇ ਪੁੱਤ ਪੋਤੇ ਤਾਂ ਐਸ਼ ਕਰਨਗੇ, ਉਹ ਪੁੱਜ ਕੇ ਸਵਾਰਥੀ ਸੀ। ਜੇ ਕੋਈ ਭਲਾ ਮਾਨਸ ਉਸਨੂੰ ਸਮਝਾਉਣ ਦਾ ਯਤਨ ਕਰਦਾ, ਗੇਂਦਾ ਸਿੰਘਾ ਗੋਰੇ ਦੀ ਝੋਲੀ ਚੁੱਕਣੀ ਛੱਡ ਦੇ, ਲੋਕਾਂ ਵਿੱਚ ਜਾਗ੍ਰਿਤੀ ਆ ਗਈ ਹੈ, ਅੰਗਰੇਜ਼ ਦੇ ਵਿਰੁੱਧ ਲੋਕ ਉੱਠੇ ਹੋਏ ਹਨ, ਐਵੇਂ ਕੋਈ ਤੇਰੇ ਉੱਤੇ ਹੱਥ ਚੁੱਕੂ ਤਾਂ ਗੇਂਦਾ ਸਿੰਘ ਆਖਦਾ, ਛੱਡ ਓਏ ਪਰਾਂ ਐਸੀਆਂ ਗੱਲਾਂ, ਗੇਂਦਾ ਸਿੰਘ ਤੇ ਹੱਥ ਚੁੱਕਣ ਵਾਲਾ ਅਜੇ ਜੰਮਿਆ ਹੀ ਨਹੀਂ। ਜਿਸ ਦਿਨ ਗੇਂਦਾ ਸਿੰਘ ਦੇ ਸਿਰ ਵਿੱਚ ਕਿਸੇ ਨੇ ਲਾਠੀ ਮਾਰੀ, ਉਸ ਦਿਨ ਦੁਆਬੇ ਵਿੱਚ ਪਰਲੋ ਆ ਜਾਏਗੀ, ਪਿੰਡਾਂ ਵਿੱਚ ਹਲ ਵਗ ਜਾਣਗੇ, ਲੰਡਨ ਤੱਕ ਸਾਰੀ ਬਰਤਾਨਵੀ ਫੌਜ ਹਰਕਤ ਵਿੱਚ ਆ ਜਾਏਗੀ। ਉਸ ਵੇਲੇ ਗੇਂਦਾ ਸਿੰਘ ਇਹ ਵੀ ਭੁੱਲ ਜਾਂਦਾ ਕਿ ਉਹ ਗੋਰਾ ਵਿਦੇਸ਼ੀ ਮਾਲਕ ਉਸ ਨੂੰ ਵੀ ਕਾਲਾ ਆਦਮੀ ਸਮਝਦਾ ਸੀ। ਸਰਕਾਰੀ ਖਜ਼ਾਨੇ ਵਿੱਚੋਂ ਰੁਪਇਆ ਹਾਸਲ ਕਰਕੇ ਉਸਨੇ ਪੱਕੀਆਂ ਹਵੇਲੀਆਂ ਪਾਈਆਂ ਸਨ। ਉਸਦੇ ਕੰਮ ਸਨ, ਉਸ ਕੋਲ ਪਿਸਤੌਲ ਸੀ, ਕਾਰਤੂਸਾਂ ਵਾਲੀਆਂ ਬੰਦੂਕਾਂ ਸਨ। ਉਹ ਐਸੇ ਭੁਲੇਖਿਆਂ ਦਾ ਸ਼ਿਕਾਰ ਹੋਇਆ ਰਿਹਾ। ਬੱਬਰ ਅਕਾਲੀ ਜੱਥਾ ਕਾਇਮ ਹੋਇਆ ਤਾਂ ਉਹ ਡਰਿਆ ਨਹੀਂ, ਸਗੋਂ ਉਸਨੇ ਸਮਝਿਆ ਕਿ ਉਸਨੂੰ ਕਮਾਈ ਕਰਨ ਦਾ ਮੌਕਾ ਹੱਥ ਆ ਗਿਆ। ਉਸਨੂੰ ਕੀ ਘਾਟਾ, ਬੱਬਰ ਅਕਾਲੀ ਉਸਦਾ ਕੀ ਵਿਗਾੜ ਲੈਣਗੇ। ਉਹ ਸਰਕਾਰ ਦੀ ਸਹਾਇਤਾ ਕਰੇਗਾ, ਜ਼ਮੀਨ ਤੇ ਨਕਦੀ ਇਨਾਮ ਲਏਗਾ। ਹੋ ਸਕਦਾ ਸੀ ਉਸਨੂੰ ਆਉਂਦੇ ਸਾਲ ਸਰ ਦਾ ਖਿਤਾਬ ਮਿਲ ਜਾਂਦਾ। ਉਹ ਨੱਸ ਭੱਜ ਕਰਨ ਲੱਗਾ, ਉਸਦਾ ਪੁੱਤਰ ਵੀ ਹੋ ਤੁਰਿਆ। ਜੈਸੀ ਕੋਕੋ ਤੈਸੇ ਬੱਚੇ ਵਾਲੀ ਗੱਲ ਹੋਈ। ਸਰਦਾਰ ਕਿਸ਼ਨ ਸਿੰਘ ਵਣਿੰਗ, ਬੱਬਰ ਅਕਾਲੀ ਨੇ ਕਿਸੇ ਦੇ ਰਾਹੀਂ ਉਸਨੂੰ ਸੁਨੇਹਾ ਭੇਜਿਆ ਕਿ ਉਹ ਆਰਾਮ ਨਾਲ ਘਰ ਬੈਠ ਜਾਏ, ਬੱਬਰਾਂ ਨਾਲ ਮੱਥਾ ਨਾ ਲਾਏ, ਉਸਦਾ ਤੁਰਨਾ ਫਿਰਨਾ ਮੁਸ਼ਕਿਲ ਹੋ ਜਾਏਗਾ, ਉਸਦੇ ਕਿਸੇ ਲਿਹਾਜ਼ ਨਹੀਂ ਕਰਨਾ। ਸਿਆਣੇ ਆਖਦੇ ਨੇ, ਕੁੱਤੇ ਦੀ ਮੌਤ ਆਵੇ ਤਾਂ ਉਹ ਮਸੀਤੇ ਚੜ੍ਹ ਕੇ ਗੰਦ ਪਾਉਂਦਾ ਹੈ, ਸੱਪ ਦੀ ਮੌਤ ਆਵੇ ਤਾਂ ਚੁਰਾਹੇ ਵਿੱਚ ਬੈਠਦਾ, ਪਰ ਜਦੋਂ ਕਿਸੇ ਚੁਗਲ ਦੀ ਮੌਤ ਆਵੇ ਤਾਂ ਉਹ ਕਿਸੇ ਸਿਆਣੇ ਦੀ ਸਿੱਖਿਆ ਨਹੀਂ ਸੁਣਦਾ, ਸਗੋਂ ਨਾਸਾਂ ਟੱਡਦਾ ਹੈ। ਗੇਂਦਾ ਸਿੰਘ ਨੇ ਅੱਗੋਂ ਉਲਟਾ ਜਵਾਬ ਭੇਜਿਆ, ਕਿਸ਼ਨ ਸਿੰਘ ਤੇ ਕਰਮ ਸਿੰਘ ਝਿੰਗੜ ਨੂੰ ਫੜਾ ਕੇ ਮੈਂ ਇਨਾਮ ਹਾਸਲ ਕਰਨਾ ਹੈ ਕਿ ਮੇਰੀ ਹਵੇਲੀ ਵਿੱਚ ਸੰਗਮਰਮਰ ਲੱਗ ਜਾਣਾ ਹੈ। ਆਖਦੇ ਨੇ ਅੱਤ ਰੱਬ ਨੂੰ ਨਹੀਂ ਪਾਉਂਦੀ। ਬਬੇਲੀ ਪਿੰਡ ਦੀ ਘਟਨਾ ਵਾਪਰੀ, ਖੂਨੀ ਘਟਨਾ, 4 ਬੱਬਰ ਸ਼ਹੀਦ ਹੋ ਗਏ। ਸ਼ਿਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਉਸਦਾ ਘਰ ਸਾੜਿਆ ਤੇ ਉਸਦੇ ਪਰਿਵਾਰ ਦੀ ਬੇਇੱਜ਼ਤੀ ਹੋਈ। ਸਭ ਕਾਸੇ ਜ਼ਿੰਮੇਵਾਰ ਸੂਬੇਦਾਰ ਗੇਂਦਾ ਸਿੰਘ ਨੂੰ ਠਹਿਰਾਇਆ ਗਿਆ। ਸਰਦਾਰ ਕਿਸ਼ਨ ਸਿੰਘ ਵਣਿੰਗ ਨੇ ਹੁਕਮ ਦਿੱਤਾ ਕਿ ਸਭ ਤੋਂ ਪਹਿਲਾਂ ਗੇਂਦਾ ਸਿੰਘ ਨੂੰ ਸੋਧਿਆ ਜਾਏ। ਇਹ ਮਹਾਂ ਚੰਡਾਲ ਦੇਸ਼ ਤੇ ਪਰਜਾ ਦਾ ਵੈਰੀ ਹੈ, ਗੱਦਾਰ ਹੈ ਤੇ ਗੱਦਾਰ ਦੀ ਸਜ਼ਾ ਸਦਾ ਮੌਤ ਤੁਰੀ ਆਈ ਹੈ। ਸਾਰੇ ਬੱਬਰ ਅਕਾਲੀ ਕਿਸ਼ਨ ਸਿੰਘ ਨੂੰ ਆਪਣਾ ਆਗੂ ਮੰਨਦੇ ਸਨ, ਉਸਦੇ ਇੱਕ ਬੋਲ ਤੇ ਜਾਨ ਵਾਰਨ ਨੂੰ ਤਿਆਰ ਰਹਿੰਦੇ ਸਨ। ਨੰਦ ਸਿੰਘ ਦੀ ਸਰਪ੍ਰਸਤੀ ਹੇਠ ਇੱਕ ਟੋਲੀ ਸੂਬੇਦਾਰ ਗੇਂਦਾ ਸਿੰਘ ਨੂੰ ਸੋਧਣ ਵਾਸਤੇ ਤੁਰੀ ਸਿਰ ਤੇ ਖੱਫਣ ਬੰਨ੍ਹ ਕੇ, ਜੀਵਨ ਦੀ ਆਸ ਛੱਡ ਕੇ। ਮਰਨਾ ਕਿਹੜਾ ਸੌਖਾ ਹੈ। ਉਹ ਧੰਨ ਸਨ ਜਿਹੜੇ ਦੇਸ਼ ਦੀ ਸੁਤੰਤਰਤਾ ਵਾਸਤੇ ਮਰਦੇ ਰਹੇ, ਅਮਰ ਹਨ ਉਹ, ਆਪਣੇ ਲਹੂ ਨਾਲ ਸੁਤੰਤਰਤਾ ਦਾ ਇਤਿਹਾਸ ਲਿਖ ਗਏ। ਦੁਸਹਿਰੇ ਦਾ ਦਿਨ ਸੀ, ਗਰਮੀ ਘਟ ਗਈ ਸੀ, ਬੜਾ ਸੁਹਾਵਣਾ ਮੌਸਮ ਸੀ, ਲੌਡਾ ਵੇਲਾ ਸੀ, ਭੱਠੀਆਂ ਤਪੀਆਂ ਹੋਈਆਂ ਸਨ, ਧੜਾ ਧੜ ਮਕਈ ਦੇ ਦਾਣੇ ਭੁਨਾਏ ਜਾ ਰਹੇ ਸਨ। ਮਾਣੂਕੇ ਘੜਿਆਲ ਵਿੱਚ ਖੂਬ ਰੌਣਕ ਸੀ। ਹਲਾਂ ਵਾਲੇ ਜੋਤਰੇ ਲਾ ਕੇ ਮੁੜ ਆਏ ਸਨ ਤੇ ਵਾਗੀ ਡੰਗਰਾਂ ਨੂੰ ਘਰ ਲਿਆ ਰਹੇ ਸਨ। ਸੂਬੇਦਾਰ ਗੇਂਦਾ ਸਿੰਘ ਬਾਹਰੋਂ ਆਏ ਦੋਹਾਂ ਰਿਸ਼ਤੇਦਾਰਾਂ ਦੇ ਨਾਲ ਆਪਣੀ ਹਵੇਲੀ ਵਿੱਚ ਬੈਠਾ ਹੋਇਆ ਸ਼ਰਾਬ ਪੀ ਰਿਹਾ ਸੀ। ਨਿੱਕਾ ਨਿੱਕਾ ਹਾੜਾ ਪੀਂਦਾ ਤੇ ਨਸ਼ੇ ਦੀ ਲੋਰ ਵਿੱਚ ਆਪਣੀ ਵਡਿਆਈ ਦੀਆਂ ਗੱਲਾਂ ਕਰੀ ਜਾਂਦਾ ਸੀ।
ਕਦੀ ਯੂਰਪ ਦੀ ਜੰਗ ਦੀਆਂ ਗੱਲਾਂ ਕਰਦਾ, ਕਦੀ ਆਪਣੀ ਨੌਕਰੀ ਦੀਆਂ, ਤੇ ਕਦੀ ਅੰਗਰੇਜ਼ ਕੌਮ ਦੀ ਉਸਤਤ ਕਰਦਾ। ਮੁਰਗੇ ਦੇ ਭੁੱਜੇ ਹੋਏ ਮਾਂਸ ਦੀ ਥਾਲੀ ਲਾਗੇ ਪਈ ਹੋਈ ਸੀ। ਉਸ ਦੇ ਕੋਲ ਬੈਠੇ ਪ੍ਰਾਹੁਣੇ ਕੋਈ ਓਪਰੇ ਨਹੀਂ ਸਨ। ਇੱਕ ਉਸ ਦਾ ਕੁੜਮ ਸੀ ਤੇ ਦੂਸਰਾ ਕੁੜਮ ਦਾ ਗੁਆਂਢੀ। ਦੋਵੇਂ ਸੂਬੇਦਾਰ ਕੋਲ ਪੁੱਜੇ ਸਨ ਕਿ ਗੁਆਂਢੀ ਦਾ ਮੁੰਡਾ ਚੋਰੀ ਵਿੱਚ ਫਸ ਗਿਆ ਸੀ। ਉਸ ਦੇ ਚਲਾਣ ਨੂੰ ਰੋਕਣਾ ਸੀ। ਕੁੜਮਾਚਾਰੀ ਦਾ ਸਤਿਕਾਰ ਹੋ ਰਿਹਾ ਸੀ। ਬੋਤਲਾਂ ਘਰ ਦੀ ਕੱਢੀ ਸ਼ਰਾਬ ਦੀਆਂ ਨਹੀਂ ਸਨ, ਸਗੋਂ ਠੇਕੇ ਦੀ ਸ਼ਰਾਬ ਦੀਆਂ ਸਨ। ਪੀਂਦਾ ਰੋਜ਼ ਸੀ, ਕਿਉਂਕਿ ਪੀਣ ਦੀ ਬਿਮਾਰੀ ਉਸ ਨੂੰ ਫੌਜ ਵਿੱਚ ਲੱਗ ਗਈ ਸੀ। ਫੌਜ ਵਿੱਚੋਂ ਵਿਹਲਾ ਹੋਇਆ ਤੇ ਸਰਕਾਰੀ ਅਫਸਰਾਂ ਦੇ ਮੇਲ ਜੋਲ, ਲੋਕਾਂ ਦੇ ਕੰਮ ਸਵਾਰਨ ਤੇ ਮੁਫਤ ਦੀ ਪੀਣ ਨਾਲ ਬਿਮਾਰੀ ਵੱਧ ਗਈ। ਸੂਬੇਦਾਰ ਗੇਂਦਾ ਸਿੰਘ ਦੇ ਗਲ ਪਿਸਤੌਲ ਪਾਇਆ ਹੋਇਆ ਸੀ, ਕਿਉਂਕਿ ਉਹ ਕਦੀ ਪਿਸਤੌਲ ਦਾ ਵਿਸਾਹ ਨਹੀਂ ਸੀ ਕਰਦਾ। ਉਸ ਵਿੱਚ ਗੋਲੀਆਂ ਭਰ ਕੇ ਰੱਖਦਾ ਸੀ। ਉਸ ਨੂੰ ਡਰ ਜ਼ਰੂਰ ਹੁੰਦਾ ਸੀ, ਪਰ ਉਹ ਆਪਣੇ ਕਰਤੱਵ ਨੂੰ ਨਹੀਂ ਬਦਲਦਾ। ਉਹ ਘੁੱਟ-ਘੁੱਟ ਪੀ ਕੇ ਗੱਲੀਂ ਲੱਗਾ ਹੋਇਆ ਸੀ ਕਿ ਉਸ ਦੀ ਕੰਨੀ ਰਸੀਲੀ ਬੀਨ ਵੱਜਣ ਦੀ ਧੁਨ ਪਈ। ਬੀਨ ਵਜਾਉਣ ਵਾਲਾ ਕੋਈ ਚੰਗਾ ਬੀਨ ਦਾ ਉਸਤਾਦ ਪ੍ਰਤੀਤ ਹੁੰਦਾ ਸੀ। ਉਸ ਦੇ ਲਾਗੇ ਬੈਠੇ ਆਪਣੇ ਇੱਕ ਖੇਤ ਦੇ ਮਜ਼ਦੂਰ ਨੂੰ ਆਖਿਆ, ਓਏ ਚੰਨਣਾ, ਮਾਰ ਓਏ ਬੀਨ ਵਾਲੇ ਨੂੰ ਆਵਾਜ਼। ਤੇੜ ਸੂਤਨਾ, ਗਲ ਪਾਟਾ ਹੋਇਆ ਮੈਲਾ ਕੁੜਤਾ, ਲੱਤਾਂ ਪੈਰ ਨੰਗੇ ਤੇ ਸਿਰ ਉੱਤੇ ਲੀਰਾਂ ਦਾ ਬੁੱਕ ਪੱਗ ਵਲੀ, ਸੌਲੇ ਰੰਗ ਦਾ ਚੰਨਣ ਆਪਣੇ ਮਾਲਕ ਦਾ ਹੁਕਮ ਮੰਨ ਕੇ ਬਾਹਰ ਗਿਆ। ਉਸਨੇ ਦੇਖਿਆ ਢਿੱਲੀ ਜਿਹੀ ਪੱਗ ਬੰਨੀ ਇੱਕ ਜੋਗੀ ਜਿਹਾ ਭਗਵੇਂ ਰੰਗ ਦੇ ਖੁੱਲ੍ਹੇ ਲਿਬਾਸ ਵਾਲਾ ਵਹਿੰਗੀ ਤੇ ਦੋ ਛਿੱਕੂ ਚੱਕੀ ਮਲਕੜੇ ਤੁਰਿਆ ਆਉਂਦਾ ਸੀ ਤੇ ਉਸਦੇ ਨਾਲ ਦਾ ਬੜੀ ਮਸਤੀ ਨਾਲ ਬੀਨ ਵਜਾ ਰਿਹਾ ਸੀ। ਦੋਹਾਂ ਦੀ ਉਮਰ ਇੱਕੋ ਜਿਹੀ ਸੀ। ਬੇਤਰਤੀਬੀਆਂ ਖੁੱਲ੍ਹੀਆਂ ਦਾੜ੍ਹੀਆਂ, ਕੰਨਾਂ ਵਿੱਚ ਮੁੰਦਰਾਂ ਤੇ ਗਲ ਵਿੱਚ ਰੰਗ ਬਿਰੰਗੇ ਪੱਥਰ ਦੇ ਮਣਕਿਆਂ ਦੀਆਂ ਗਾਨੀਆਂ ਸਨ। ਉਹਨਾਂ ਨੇ ਭਗਵੇਂ ਰੰਗ ਦੀਆਂ ਢਿੱਲੀਆਂ ਜਿਹੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਬਾਬਾ ਜੀ ਸੱਪ ਦਿਖਾਓ, ਬੱਚੇ ਆਖਦੇ ਸਨ, ਪਰ ਉਹ ਸੂਬੇਦਾਰ ਦੀ ਹਵੇਲੀ ਵੱਲ ਮਸਤ ਤੁਰੇ ਆਉਂਦੇ ਸਨ। ਬਾਬਾ ਜੀ, ਸੂਬੇਦਾਰ ਸਾਹਿਬ ਨੇ ਤੁਸਾਂ ਨੂੰ ਸੱਦਿਆ ਹੈ, ਰਤਾ ਹਵੇਲੀ ਵਿੱਚ ਵੜੋ, ਉਹ ਬੀਨ ਸੁਣਨ ਨੂੰ ਕਹਿੰਦੇ ਆ। ਹੂੰ ਆਖ ਕੇ ਵਹਿੰਗੀ ਵਾਲਾ ਅੱਗੇ ਹੋਇਆ, ਉਸ ਦੇ ਪਿੱਛੇ ਬੀਨ ਵਾਲਾ। ਬੀਨ ਵੱਜਦੀ ਗਈ। ਅਗਲੇ ਦੀਆਂ ਅੱਖਾਂ ਬੜੀਆਂ ਮਸਤ ਤੇ ਸੁਰਖ ਸਨ, ਜਿਵੇਂ ਉਸਨੇ ਧਤੂਰਾ ਪੀਤਾ ਹੋਇਆ ਸੀ। ਉਹ ਦੋਹਾਂ ਵੱਲ, ਸੂਬੇਦਾਰ ਤੇ ਉਸਦਾ ਕੁੜਮ, ਦੇਖਣ ਲੱਗ ਪਏ। ਬੀਨ ਸੂਬੇਦਾਰ ਦੇ ਕੰਨਾਂ ਨੂੰ ਐਸੀ ਪਾਈ ਕਿ ਉਹ ਤਾਂ ਸੱਪ ਵਾਂਗ ਕੀਲਿਆ ਹੀ ਗਿਆ। ਕੋਈ 10 ਕੁ ਫੁੱਟ ਹਟਵੇਂ ਪੁੱਜ ਕੇ ਸਪੇਰਿਆਂ ਨੇ ਵਹਿੰਗੀ ਰੱਖ ਦਿੱਤੀ, ਬੀਨ ਵਜਾਉਣੀ ਬੰਦ ਕੀਤੀ ਤੇ ਬੀਨ ਵਾਲੇ ਨੇ ਸੂਬੇਦਾਰ ਨੂੰ ਪੁੱਛਿਆ, ਮੋਤੀਆਂ ਵਾਲੀ ਸਰਕਾਰ ਦਾ ਪ੍ਰਤਾਪ ਵਧੇ, ਲੱਖਾਂ ਦਾ ਦਾਤਾ, ਕੀ ਹੁਕਮ ਹੈ? ਕੌਣ ਹੋ ਤੁਸੀਂ, ਯੋਗੀ ਜਾਂ ਸਪੇਰੇ? ਨੰਬਰਦਾਰ ਨੇ ਨਸ਼ੇ ਦੀ ਲੋਰ ਵਿੱਚ ਰੋਅਬ ਨਾਲ ਪੁੱਛਿਆ। ਮੋਤੀਆਂ ਵਾਲੀ ਸਰਕਾਰ ਸਪੇਰੇ ਆ। ਜ਼ਹਿਰੀਲੇ ਤੋਂ ਜ਼ਹਿਰੀਲੇ ਸੱਪਾਂ ਨੂੰ ਵੀ ਫੜ ਕੇ ਉਹਨਾਂ ਦੀਆਂ ਸਿਰੀਆਂ ਵਿੱਚੋਂ ਜ਼ਹਿਰੀਲੇ ਮਣਕੇ ਕੱਢ ਲੈਂਦੇ ਆ। ਸਾਡੇ ਵੱਡੇ ਵਡੇਰੇ ਵੀ ਐਸਾ ਹੀ ਧੰਦਾ ਕਰਦੇ ਸਨ। ਅਸੀਂ ਲਾਇਲਪੁਰ ਦੀ ਬਾਹਰ ਵੱਲੋਂ ਆਏ ਹਾਂ। ਹੁਕਮ ਹੋਏ ਤਾਂ ਇੱਕ ਕਾਲਾ ਨਾਗ ਤੇ ਕਰੁੰਡੀਆ ਸੱਪ ਦਿਖਾਈਏ, ਬੀਨ ਵੱਜੇਗੀ, ਉਹ ਨੱਚੇਗਾ। ਜ਼ਰੂਰ ਦਿਖਾਓ, ਸੂਬੇਦਾਰ ਗੇਂਦਾ ਸਿੰਘ ਜੀ ਐਸੇ ਸ਼ੁਗਲ ਖੂਬ ਦੇਖਦੇ ਹਨ। ਸੂਬੇਦਾਰ ਦਾ ਕੁੜਮ ਬੋਲਿਆ। ਵਹਿੰਗੀ ਵਾਲੇ ਨੇ ਪਾਸੇ ਦੇ ਛਾਬੇ ਵਿੱਚੋਂ ਇੱਕ ਛਿੱਕੂ ਬਾਹਰ ਕੱਢਿਆ ਤੇ ਛਿੱਕੂ ਤੋਂ ਢੱਕਣ ਲਾਇਆ ਤਾਂ ਉਸ ਵਿੱਚੋਂ ਕਾਲਾ ਨਾਗ ਉੱਪਰ ਉੱਠਿਆ। ਉਸ ਛਿੱਕੂ ਨੂੰ ਧਰਤੀ 'ਤੇ ਰੱਖ ਦਿੱਤਾ। ਬੀਨ ਵਾਲੇ ਨੇ ਬੀਨ ਵਜਾਈ। ਜਿਉਂ-ਜਿਉਂ ਬੀਨ ਵਜਾਉਂਦਾ ਗਿਆ, ਤਿਉਂ-ਤਿਉਂ ਕਾਲਾ ਨਾਗ ਉੱਪਰ ਸਿਰੀ ਕਰਦਾ ਗਿਆ। ਆਖਿਰ ਕੋਈ 10-15 ਮਿੰਟਾਂ ਪਿੱਛੋਂ ਸੱਪ ਫਨ ਖਿਲਾਰ ਕੇ ਪੂਰਾ ਖੜਾ ਹੋ ਗਿਆ। ਉਸ ਦੀ ਜੀਭ ਸੂਈ ਵਾਂਗ ਕਾਲੀ-ਕਾਲੀ ਹਿੱਲਣ ਲੱਗੀ। ਸੂਬੇਦਾਰ ਡਰਿਆ ਨਾ, ਸਗੋਂ ਉਸਨੇ ਇੱਕ ਪੈਗ ਨਸ਼ੇ ਦਾ ਹੋਰ ਪੀਤਾ। ਸਪੇਰੇ ਨੇ ਉਸ ਦੇ ਸੱਪ ਨਾਲ
ਇੱਕ ਹੋਰ ਸੱਪ ਡੱਬੀ ਵਿੱਚੋਂ ਕੱਢਿਆ। ਉਹ ਛੋਟਾ ਜਿਹਾ ਸੀ। ਉਸ ਨੂੰ ਕਰੁੰਡੀਆ ਸੱਪ ਕਹਿੰਦੇ ਸਨ। ਜਿਸ ਨੂੰ ਲੜ ਜਾਏ ਉਸ ਨੂੰ ਆਖੇਗਾ, ਪਰੇ ਹੋ ਕੇ ਡਿੱਗ ਤੇ ਪਾਣੀ ਨਾ ਮੰਗ। ਪਰ ਉਹਨਾਂ ਸਪੇਰਿਆਂ ਨੇ ਉਸ ਸੱਪ ਨੂੰ ਡੱਬੀ ਵਿੱਚ ਪਾ ਰੱਖਿਆ ਸੀ। ਬੀਨ ਵਜਾਉਣ ਵਾਲਾ ਫੂਕਾਂ ਮਾਰਦਾ ਤੇ ਗੱਲਾਂ ਫੈਲਾਉਂਦਾ ਹੋਇਆ ਅੱਖਾਂ ਚੁੱਕ ਕੇ ਸਾਰੀ ਹਵੇਲੀ ਵਿੱਚ ਦੇਖੀ ਜਾਂਦਾ ਸੀ। ਹਵੇਲੀ ਵਿੱਚ ਡੰਗਰ ਬੱਝੇ ਹੋਏ ਸਨ। ਬੀਨ ਨੂੰ ਸੁਣ ਕੇ ਹੋਰ ਕੋਈ ਵੀ ਹਵੇਲੀ ਵਿੱਚੋਂ ਨਹੀਂ ਨਿਕਲਿਆ, ਜਿਵੇਂ ਕੋਈ ਹੈ ਹੀ ਨਹੀਂ ਸੀ। ਸੂਬੇਦਾਰ ਦਾ ਘਰ ਪਿੰਡ ਦੇ ਅੰਦਰ ਸੀ। ਉਸ ਦੀ ਨੂੰਹ ਤੇ ਉਸਦਾ ਪੁੱਤ ਅੰਦਰਲੇ ਘਰੀਂ ਰਹਿੰਦੇ ਸਨ। ਉਸ ਦਿਨ ਉਸਦਾ ਪੁੱਤਰ ਵੈਸੇ ਵੀ ਪਿੰਡ ਵਿੱਚ ਨਹੀਂ ਸੀ। ਉਹ ਕਿਸੇ ਡੀਸੀ ਨਾਲ ਗਿਆ ਹੋਵੇਗਾ। ਕਾਲਾ ਨਾਗ ਹਵੇਲੀ ਦੀ ਬੈਠਕ ਤੇ ਡੰਗਰਾਂ ਵਾਲਿਆਂ ਕੋਠਿਆਂ ਦੇ ਬਰਾਂਡੇ ਵੱਲ ਤੁਰ ਪਿਆ। ਉਸ ਦੇ ਪਿੱਛੇ ਹੀ ਸੂਬੇਦਾਰ ਦੀਆਂ ਅੱਖਾਂ ਤੁਰੀਆਂ। ਉਸਨੇ ਇੱਕ ਸਪੇਰੇ ਨੂੰ ਕਿਹਾ, ਫੜ ਓਏ, ਕਿਤੇ ਅੰਦਰ ਨਾ ਵੜ ਜਾਏ। ਕੋਈ ਡਰ ਨਹੀਂ ਸਰਕਾਰ, ਦੇਖੋ ਅੰਦਰੋਂ ਹੋਰ ਕਾਲਾ ਨਾਗ ਨਿਕਲੇਗਾ। ਇਹ ਤਦੇ ਉੱਧਰ ਨੂੰ ਨਿਕਲਿਆ ਹੈ, ਦੇਖੋ ਦੇਖੋ। ਬੀਨ ਵਜਾਉਣ ਵਾਲੇ ਨੇ ਬੀਨ ਵਜਾਉਂਦਿਆਂ ਹੋਇਆਂ ਬਾਹਰ ਵੱਲ ਵੇਖਿਆ। ਹਵੇਲੀ ਦੇ ਬੂਹੇ ਅੱਗੇ ਉਸ ਨੂੰ ਕੁਝ ਬੱਚੇ ਖਲੋਤੇ ਦਿਸੇ। ਸਿਆਣਾ ਬੰਦਾ ਕੋਈ ਨਹੀਂ ਸੀ। ਸ਼ਾਇਦ ਇਸ ਕਰਕੇ ਹੀ ਸੂਬੇਦਾਰ ਦਾ ਸੁਭਾਅ ਰੱਤਾ ਕਰੜਾ ਸੀ। ਉਹ ਆਪਣੀ ਹਵੇਲੀ ਵਿੱਚ ਚਿੜੀ ਨਹੀਂ ਸੀ ਫੜਕਣ ਦਿੰਦਾ। ਬੀਨ ਵੱਜਣੋਂ ਇੱਕਦਮ ਬੰਦ ਹੋ ਗਈ ਤੇ ਉਸਨੇ ਨਾਲ ਦੇ ਸਾਥੀ ਨੂੰ ਕਿਹਾ, ਸੱਪ ਫੜ ਲੈ, ਕਿਤੇ ਸੱਚਮੁੱਚ ਹੀ ਅੰਦਰ ਨਾ ਚਲਿਆ ਜਾਵੇ। ਫੜਨਾ ਆ? ਉਸਨੇ ਅੱਗੋਂ ਉੱਤਰ ਦਿੱਤਾ। ਸੂਬੇਦਾਰ ਗੇਂਦਾ ਸਿੰਘ ਤੇ ਉਸਦੇ ਕੁੜਮ ਦਾ ਧਿਆਨ ਸੱਪ ਵੱਲ ਹੋ ਗਿਆ। ਵਹਿੰਗੀ ਵਾਲਾ ਸਪੇਰਾ ਸੱਪ ਵੱਲ ਹੋਇਆ ਹੀ ਸੀ ਕਿ ਬੀਨ ਵਾਲੇ ਨੇ ਅੱਖ ਦੇ ਫੋਰ ਵਿੱਚ ਆਪਣੇ ਭਗਵੇਂ ਚੋਲੇ ਹੇਠੋਂ ਪਿਸਤੌਲ ਕੱਢਿਆ ਤੇ ਠਾਹ-ਠਾਹ ਕਰਕੇ 3 ਗੋਲੀਆਂ ਚਲਾ ਦਿੱਤੀਆਂ। ਸੂਬੇਦਾਰ ਗੇਂਦਾ ਸਿੰਘ ਉੱਥੇ ਹੀ ਟੇਢਾ ਹੋ ਗਿਆ ਤੇ ਇੱਕ ਗੋਲੀ ਉਸਦੇ ਕੁੜਮ ਨੂੰ ਵੱਜੀ। ਉਹ ਜ਼ਖਮੀ ਹੋ ਕੇ ਮੰਜੇ ਤੇ ਡਿੱਗ ਪਿਆ। ਤੀਸਰਾ ਡਰ ਕੇ ਹੀ ਮੰਜੀ ਤੇ ਲੰਮਾ ਪੈ ਗਿਆ। ਵਹਿੰਗੀ ਵਾਲੇ ਨੇ ਰੱਤਾ ਢਿੱਲ ਨਾ ਕੀਤੀ, ਨਾ ਸੱਪ ਫੜਿਆ ਨਾ ਵਹਿੰਗੀ ਚੁੱਕੀ। ਉਸਨੇ ਸੂਬੇਦਾਰ ਦੇ ਗਲੋਂ ਪਿਸਤੌਲ ਲਾ ਲਿਆ। ਗੋਲੀਆਂ ਚੱਲਣ ਦਾ ਖੜਕਾ ਸੁਣ ਕੇ ਬੂਹੇ ਅੱਗੋਂ ਬੱਚੇ ਨੱਸ ਗਏ। ਚੰਨਣ ਨੱਸ ਕੇ ਅੰਦਰ ਜਾ ਵੜਿਆ। ਉਸਨੇ ਕਿਸੇ ਨੂੰ ਫੜਨ ਦਾ ਯਤਨ ਨਾ ਕੀਤਾ। ਦੋਵੇਂ ਸਪੇਰੇ, ਵਹਿੰਗੀ, ਸੱਪਾਂ ਦੇ ਛਿੱਕੂ ਸਭ ਛੱਡ ਕੇ ਪਰ ਬੀਨ ਨਾਲ ਲੈ ਕੇ ਹਵੇਲੀ ਵੱਲ ਵਧੇ। ਉਹਨਾਂ ਸਪੇਰਿਆਂ ਨੇ ਬੱਬਰਾਂ ਦਾ ਰੂਪ ਧਾਰਨ ਕਰ ਲਿਆ। ਹਵੇਲੀ ਤੋਂ ਬਾਹਰ ਨਿਕਲੇ ਤਾਂ ਅੱਗੇ ਉਹਨਾਂ ਦੇ 2 ਸਾਥੀ ਸਨ। ਉਹਨਾਂ ਕੋਲ ਬੰਦੂਕਾਂ ਸਨ। ਪਹਿਲਾਂ ਉਹ ਬੰਦੂਕਾਂ ਲੁਕਾ ਕੇ ਓਪਰਿਆਂ ਵਾਂਗ ਹਵੇਲੀ ਵਿੱਚ ਹੋ ਰਹੇ ਤਮਾਸ਼ੇ ਨੂੰ ਵੇਖ ਰਹੇ ਸਨ। ਸੂਰਜ ਡੁੱਬ ਚੁੱਕਾ ਸੀ, ਪਰ ਚਾਨਣ ਅੱਗੇ ਚੰਗਾ ਸੀ। ਦੂਰ ਤੱਕ ਜਾਂਦਾ ਆਦਮੀ ਦਿਸ ਪੈਂਦਾ ਸੀ। ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਉਹ ਖੇਤਾਂ ਨੂੰ ਤੁਰ ਪਏ। ਕਿਸੇ ਨੇ ਉਹਨਾਂ ਦਾ ਪਿੱਛਾ ਕਰਨ ਦਾ ਹੌਸਲਾ ਨਾ ਕੀਤਾ ਤੇ ਨਾ ਕਿਸੇ ਨੇ ਰੌਲਾ ਪਾਇਆ ਕਿ ਸੂਬੇਦਾਰ ਗੇਂਦਾ ਸਿੰਘ ਮਾਰਿਆ ਗਿਆ ਹੈ। ਧੰਨਵਾਦ।